ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪੀਪੀਐਸਸੀ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਜਿਹੜੇ ਕਿ ਇੰਡੀਅਨ ਜੀਕੇ ਦੇ ਨਾਲ ਰਿਲੇਟਡ ਇੰਡੀਅਨ ਕਨਸਟੀਟਿਊਸ਼ਨ ਟੌਪਿਕ ਦੇ ਵਿੱਚੋਂ ਲਏ ਗਏ ਆ। ਹਾਂਜੀ, ਭਾਰਤੀ ਸੰਵਿਧਾਨ ਦੇ ਟੌਪਿਕ ਦੇ ਵਿੱਚੋਂ ਅਸੀਂ ਕੁਝ ਇੰਪੋਰਟੈਂਟ ਐਮਸੀਕਿਊ ਲਏ ਗਏ ਆ ਜਿਨ੍ਹਾਂ ਦੇ ਬਹੁਤ ਜ਼ਿਆਦਾ ਚਾਂਸ ਨੇ ਐਗਜ਼ਾਮ ਦੇ ਵਿੱਚ ਆਉਣ ਦੇ ਤੇ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟਡ ਕੁਐਸਚਨ ਨੇ ਇਹ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚੋਂ। ਜਿਹੜੇ ਵੀ ਸਟੂਡੈਂਟ ਪੀਪੀਐਸਸੀ ਇੰਸਪੈਕਟਰ ਦੇ ਪੇਪਰ ਦੀ ਤਿਆਰੀ ਕਰ ਰਹੇ ਨੇ ਅੱਜ ਦੀ ਇਹ ਵੀਡੀਓ ਉਹਨਾਂ ਸਟੂਡੈਂਟਸ ਦੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਆ। ਸੋ ਰਿਕਵੈਸਟ ਵੀਡੀਓ ਨੂੰ ਪੂਰੇ ਐਂਡ ਤੱਕ ਜ਼ਰੂਰ ਦੇਖਣਾ ਤੇ ਹਰ ਇੱਕ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਹੋ ਸਕੇ ਤਾਂ ਨਾਲ ਦੀ ਨਾਲ ਨੋਟਸ ਵੀ ਬਣਾਉਣੇ ਸ਼ੁਰੂ ਕਰ ਦਿਓ, ਠੀਕ ਹੈ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਵੀਡੀਓ ਨੂੰ ਸਟਾਰਟ ਕਰਦੇ ਹਾਂ। ਕੁਐਸਚਨ ਨੰਬਰ 1, ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਿਹੜੇ ਸਾਲ ਹੋਈ ਸੀ? ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ 1946 ਈਸਵੀ ਨੂੰ। ਸੰਵਿਧਾਨ ਸਭਾ ਦੀ ਪਹਿਲੀ ਬੈਠਕ 1946 ਈਸਵੀ ਨੂੰ ਹੋਈ ਸੀਗੀ ਤੇ ਕਦੋਂ ਹੋਈ ਸੀ? 9 ਦਸੰਬਰ ਨੂੰ। 9 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੋਈ ਸੀਗੀ। ਹਾਂਜੀ, ਤੇ ਦੂਜੀ ਬੈਠਕ ਕਦੋਂ ਹੋਈ ਸੀ? 11 ਦਸੰਬਰ ਨੂੰ। ਦੂਜੀ ਕਦੋਂ ਹੋਈ ਸੀ? 11 ਦਸੰਬਰ 1946 ਨੂੰ, ਠੀਕ ਹੈ। ਇਹਨਾਂ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਹੈ ਜੀ, ਕੈਬਨਿਟ ਮਿਸ਼ਨ ਯੋਜਨਾ ਦਾ ਗਠਨ ਕਦੋਂ ਹੋਇਆ ਸੀ? ਹਾਂਜੀ, ਕੈਬਨਿਟ ਮਿਸ਼ਨ ਯੋਜਨਾ ਦਾ ਗਠਨ ਵੀ 1946 ਨੂੰ ਹੀ ਹੋਇਆ ਸੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ, ਠੀਕ ਹੈ। ਨੈਕਸਟ ਕੁਐਸਚਨ, ਸੰਵਿਧਾਨ ਸਭਾ ਦੇ ਕੁੱਲ ਕਿੰਨੇ ਮੈਂਬਰ ਸਨ? ਹਾਂਜੀ, ਜਦੋਂ ਗਠਨ ਹੋਇਆ ਸੀਗਾ, ਗਠਨ ਦੇ ਸਮੇਂ ਕੈਬਨਿਟ ਯੋਜਨਾ ਮਿਸ਼ਨ ਪਹਿਲਾਂ ਇਕੱਠੀ ਕੀਤੀ ਗਈ ਸੀਗੀ, ਗਠਨ ਕੀਤਾ ਗਿਆ ਸੀ ਉਹਦਾ 1946 ਦੇ ਵਿੱਚ। ਫਿਰ ਉਸ ਤੋਂ ਬਾਅਦ ਪਹਿਲੀ ਮੀਟਿੰਗ ਰੱਖੀ ਗਈ ਸੀ 9 ਦਸੰਬਰ 1946 ਦੇ ਵਿੱਚ। ਉਸ ਤੋਂ ਬਾਅਦ ਦੂਜੀ ਬੈਠਕ ਹੋਈ ਸੀਗੀ ਉਹਦੇ ਵਿੱਚ 11 ਦਸੰਬਰ ਨੂੰ ਹੋਈ ਸੀਗੀ ਉਹ, ਠੀਕ ਹੈ। ਤੇ ਉਸ ਸਮੇਂ ਜਦੋਂ ਗਠਨ ਹੋਇਆ ਸੀਗਾ ਤੇ ਇਹਦੇ ਕੁੱਲ ਮੈਂਬਰ ਕਿੰਨੇ ਸੀ? ਹਾਂਜੀ, ਉਸ ਟਾਈਮ ਮੈਂਬਰ ਸੀਗੇ 399। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ, ਠੀਕ ਹੈ। ਤੇ ਜਿਹਦੇ ਵਿੱਚੋਂ 292 ਮੈਂਬਰ ਬ੍ਰਿਟਿਸ਼ ਪ੍ਰਾਂਤਾਂ ਦੇ ਸੀਗੇ ਅਤੇ 93 ਮੈਂਬਰ ਆ ਜਿਹੜੇ ਉਹ ਦੇਸੀ ਰਿਆਸਤਾਂ ਦੇ ਸੀ। ਨੈਕਸਟ ਕੁਐਸਚਨ, ਅੰਤਰਿਮ ਸਰਕਾਰ ਦਾ ਗਠਨ ਕਿਸ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਸੀ? ਹਾਂਜੀ, ਅੰਤਿਮ ਸਰਕਾਰ ਦਾ ਗਠਨ ਆ ਜਿਹੜਾ ਉਹ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠਾਂ ਕੀਤਾ ਗਿਆ ਸੀਗਾ। ਅੰਤਰਿਮ ਸਰਕਾਰ ਦਾ ਗਠਨ 2 ਸਤੰਬਰ ਕਦੋਂ? 2 ਸਤੰਬਰ 1946 ਵਿੱਚ ਹੋਇਆ ਸੀ। ਇਸ ਸਰਕਾਰ ਵਿੱਚ ਮੁਸਲਿਮ ਨੇਤਾ ਸ਼ਾਮਿਲ ਨਹੀਂ ਹੋਏ ਸੀ, ਠੀਕ ਹੈ। ਮੁਸਲਿਮ ਨੇਤਾ ਜਿਹੜੇ ਇਸ ਗਠਨ ਦੇ ਵਿੱਚ ਸ਼ਾਮਿਲ ਨਹੀਂ ਹੋਏ ਸੀਗੇ, ਜਾਂ ਫਿਰ ਤੁਸੀਂ ਇਹ ਕਹਿ ਸਕਦੇ ਹੋ ਇਸ ਸਰਕਾਰ ਦੇ ਵਿੱਚ ਸ਼ਾਮਿਲ ਨਹੀਂ ਹੋਏ ਸੀ। ਨੈਕਸਟ ਕੁਐਸਚਨ, ਭਾਰਤੀ ਸੰਵਿਧਾਨ ਸਭਾ ਵਿੱਚ ਕੁੱਲ ਕਿੰਨੀਆਂ ਇਸਤਰੀਆਂ ਸਨ? ਹਾਂਜੀ, ਭਾਰਤੀ ਸੰਵਿਧਾਨ ਸਭਾ ਦੇ ਵਿੱਚ ਕੁੱਲ ਕਿੰਨੀਆਂ ਇਸਤਰੀਆਂ ਸਨ? ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਡੀ 15। ਭਾਰਤੀ ਸੰਵਿਧਾਨ ਸਭਾ ਦੇ ਵਿੱਚ ਕੁੱਲ 15 ਇਸਤਰੀਆਂ ਸਨ। ਹਾਂਜੀ, ਇਸ ਦੇ ਨਾਲ ਹੀ ਤੁਹਾਨੂੰ ਦੇਖੋ ਮੈਂ ਪਹਿਲੀ ਬੈਠਕ ਦੀ ਗੱਲ ਕੀਤੀ ਸੀਗੀ ਤਾਂ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਦੇ ਅਸਥਾਈ ਚੇਅਰਮੈਨ ਕੌਣ ਸੀਗੇ? ਰਾਈਟ ਆਨਸਰ ਹੋਊਗਾ ਜੀ ਤੁਹਾਡਾ ਡਾਕਟਰ ਸਚਿਦਾਨੰਦ ਸਿਨਹਾ, ਠੀਕ ਹੈ। ਤੇ ਸੰਵਿਧਾਨ ਸਭਾ ਦੀ ਜਿਹੜੀ ਦੂਜੀ ਬੈਠਕ ਹੋਈ ਸੀ ਉਹਦੇ ਸਥਾਈ ਰੂਪ ਦੇ ਵਿੱਚ ਚੇਅਰਮੈਨ ਬਣ ਗਏ ਸੀਗੇ ਡਾਕਟਰ ਰਜਿੰਦਰ ਪ੍ਰਸਾਦ। ਇਹ ਵੀ ਤੁਸੀਂ ਯਾਦ ਰੱਖਣਾ, ਇੰਪੋਰਟੈਂਟ ਕੁਐਸਚਨ ਨੇ। ਹਾਂਜੀ, ਨੈਕਸਟ ਕੁਐਸਚਨ, ਭਾਰਤ ਦੇ ਸੰਵਿਧਾਨ ਨੂੰ ਤਿਆਰ ਕਰਨ ਵਿੱਚ ਲਗਭਗ ਕਿੰਨਾ ਸਮਾਂ ਲੱਗਿਆ ਸੀ? ਹਾਂਜੀ, ਭਾਰਤ ਦੇ ਸੰਵਿਧਾਨ ਨੂੰ ਤਿਆਰ ਕਰਨ ਦੇ ਵਿੱਚ ਜਿਹੜਾ ਸਮਾਂ ਲੱਗਿਆ ਸੀ ਉਹ ਲੱਗਿਆ ਸੀ 2 ਸਾਲ 11 ਮਹੀਨੇ। ਨੋਟ ਕਰ ਲਓ, 11 ਮਹੀਨੇ 18 ਦਿਨ। ਭਾਰਤ ਦੇ ਸੰਵਿਧਾਨ ਨੂੰ ਤਿਆਰ ਕਰਨ ਦੇ ਵਿੱਚ ਇੰਨਾ ਟਾਈਮ ਲੱਗਿਆ ਸੀ 2 ਸਾਲ 11 ਮਹੀਨੇ 18 ਦਿਨ। ਜੇ ਤਾਂ ਤੁਹਾਨੂੰ ਆਪਸ਼ਨ ਇਹ ਮਿਲ ਗਈ ਤਾਂ ਤੁਸੀਂ ਇਹ ਵਾਲੀ ਆਪਸ਼ਨ ਟਿਕ ਕਰੋਗੇ, ਪਰ ਇੱਥੇ ਕਿੰਨਾ ਲੱਗਿਆ? ਲਗਭਗ। ਤਾਂ ਲਗਭਗ ਕਿੰਨਾ ਟਾਈਮ ਲੱਗਿਆ ਸੀ? 3 ਸਾਲ ਦਾ, ਠੀਕ ਹੈ। 2 ਸਾਲ 11 ਮਹੀਨੇ 18 ਦਿਨ, ਯਾਨੀ ਕਿ ਟੋਟਲ 13 ਦਿਨ ਹੀ ਘੱਟ ਸੀਗੇ, ਠੀਕ ਹੈ। ਦਸੰਬਰ ਆ ਜਿਹੜਾ 31ਵਾਂ ਮਹੀਨਾ ਹੁੰਦਾ ਤੇ ਆ ਦਸੰਬਰ 11 ਮਹੀਨੇ ਦਾ ਪੂਰੇ ਹੋ ਗਏ। 12ਵਾਂ ਦਸੰਬਰ ਹੁੰਦਾ ਉਹ 31ਵਾਂ ਹੁੰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਤਾਂ 12 ਦਿਨ ਹੀ ਘੱਟ ਸੀ, 12 ਜਾਂ 13, ਠੀਕ ਹੈ। ਇਸ ਕਰਕੇ 3 ਸਾਲ ਹੀ ਮੰਨਾਂਗੇ ਲਗਭਗ। ਤੇ ਜੇਕਰ ਤੁਹਾਨੂੰ ਆਪਸ਼ਨ ਇਹ ਕਰੈਕਟ ਮਿਲਦੀ ਆ 2 ਸਾਲ 11 ਮਹੀਨੇ 18 ਦਿਨ, ਫਿਰ ਤੁਸੀਂ ਇਹ ਲਗਾ ਸਕਦੇ ਹੋ। ਹਾਂਜੀ, ਜੇਕਰ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਵੀ ਆ ਜਾਂਦਾ, ਵੈਸੇ ਤਾਂ ਨਹੀਂ ਆਉਣ ਦੇ ਚਾਂਸ ਹੈ, ਘੱਟ ਹੈ ਚਾਂਸ ਆਉਣ ਦੇ ਇਸ ਤਰ੍ਹਾਂ ਦੇ, ਕਿ ਸੰਵਿਧਾਨ ਦਾ ਸਵਰੂਪ ਜਿਹੜਾ ਤਿਆਰ ਕਰਨ ਦੇ ਲਈ ਖਰਚਾ ਕਿੰਨਾ ਆਇਆ ਸੀ?
ਤਾਂ ਖਰਚਾ ਆਇਆ ਸੀ 6.4 ਕਰੋੜ ਦਾ ਖਰਚਾ ਆਇਆ ਸੀ ਤੁਹਾਨੂੰ, ਜਿਹੜਾ ਸੰਵਿਧਾਨ ਦਾ ਸਰੂਪ ਤਿਆਰ ਹੋਇਆ ਸੀਗਾ। ਠੀਕ ਹੈ, ਭਾਰਤੀ ਸੰਵਿਧਾਨ 26 ਨਵੰਬਰ 1949 ਈਸਵੀ ਨੂੰ ਬਣ ਕੇ ਤਿਆਰ ਹੋ ਗਿਆ ਸੀ। ਜਿਹੜਾ ਭਾਰਤੀ ਸੰਵਿਧਾਨ ਦਾ ਸਰੂਪ ਆ ਉਸ ਨੂੰ ਤਿਆਰ ਕਿਹਨੇ ਕੀਤਾ ਸੀ? ਹਾਂਜੀ, ਡਾਕਟਰ ਭੀਮ ਰਾਓ ਅੰਬੇਡਕਰ ਨੇ ਕੀਤਾ ਸੀ। ਠੀਕ ਹੈ, ਉਹਦੇ ਅਸਥਾਈ ਰੂਪ ਦੇ ਵਿੱਚ ਚੇਅਰਮੈਨ ਸੀਗੇ ਡਾਕਟਰ ਸਚਿਦਾਨੰਦ ਸਿਨਹਾ, ਜਿਹੜੀ ਪਹਿਲੀ ਬੈਠਕ ਹੋਈ ਸੀ। ਦੂਜੀ ਦੇ ਡਾਕਟਰ ਰਾਜਿੰਦਰ ਪ੍ਰਸਾਦ, ਇਹ ਸਥਾਈ ਚੇਅਰਮੈਨ ਸੀ। ਇਹ ਵੀ ਤੁਸੀਂ ਯਾਦ ਰੱਖਣਾ। ਤੇ ਖਰਚਾ ਕਿੰਨਾ ਆਇਆ? 6.4 ਕਰੋੜ ਦਾ। ਭਾਰਤੀ ਸੰਵਿਧਾਨ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ ਸੀ। ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਸੰਵਿਧਾਨ ਸਭਾ ਦਾ ਸਰੂਪ ਤਿਆਰ ਕਰਨ ਵੇਲੇ ਕਿੰਨੇ ਦਿਨ ਬਹਿਸ ਹੋਈ ਸੀ? ਹਾਂਜੀ, ਸੰਵਿਧਾਨ ਸਭਾ ਦਾ ਜਦੋਂ ਸਰੂਪ ਤਿਆਰ ਕਰਨਾ ਸੀਗਾ ਤਾਂ ਕੁੱਲ ਕਿੰਨੇ ਦਿਨ ਬਹਿਸ ਚੱਲੀ ਸੀ? ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਡੀ, 114 ਦਿਨ ਚੱਲੀ ਸੀ। ਨੈਕਸਟ ਕੁਐਸਚਨ, ਹਾਂਜੀ ਨੈਕਸਟ ਕੁਐਸਚਨ, ਭਾਰਤੀ ਸੰਵਿਧਾਨ ਨੂੰ ਲਾਗੂ ਕਦੋਂ ਕੀਤਾ ਗਿਆ? ਹਾਂਜੀ, ਭਾਰਤੀ ਸੰਵਿਧਾਨ ਨੂੰ ਲਾਗੂ ਕਦੋਂ ਕੀਤਾ ਗਿਆ ਸੀਗਾ? ਦੇਖੋ, ਸੰਵਿਧਾਨ ਦਾ ਜਿਹੜਾ ਸਰੂਪ ਆ ਉਹ ਤਾਂ ਬਣ ਕੇ 24 ਨਵੰਬਰ 1949 ਨੂੰ ਤਿਆਰ ਹੋ ਗਿਆ ਸੀ। ਠੀਕ ਹੈ, 24 ਨਵੰਬਰ 1949 ਨੂੰ ਤਿਆਰ ਹੋ ਗਿਆ ਸੀ, ਪਰ ਉਹਨਾਂ ਨੇ 26 ਜਨਵਰੀ 1950 ਨੂੰ ਲਾਗੂ ਕੀਤਾ। 26 ਜਨਵਰੀ 1950 ਨੂੰ। ਕਿਉਂ ਇਸ ਨੂੰ ਲਾਗੂ ਕੀਤਾ? ਕਿਉਂਕਿ ਇਹ ਦਿਨ ਪਹਿਲਾਂ ਹੀ ਸਪੈਸ਼ਲ ਸੀਗਾ, ਗਣਤੰਤਰ ਦਿਵਸ ਮਨਾਇਆ ਜਾਂਦਾ ਸੀਗਾ ਇਸ ਦਿਨ। ਠੀਕ ਹੈ, ਇਸ ਕਰਕੇ ਉਹਨਾਂ ਨੇ 26 ਜਨਵਰੀ 1950 ਨੂੰ ਲਾਗੂ ਕਰਨ ਦਾ ਫੈਸਲਾ ਲਿਆ ਸੀ। ਠੀਕ ਹੈ, 26 ਜਨਵਰੀ ਨੂੰ 1950 ਨੂੰ ਪਹਿਲਾ ਗਣਤੰਤਰ ਦਿਵਸ ਮਨਾਇਆ ਗਿਆ ਸੀ। ਇਹ ਵੀ ਤੁਸੀਂ ਯਾਦ ਰੱਖਣਾ। 26 ਜਨਵਰੀ 1950 ਨੂੰ ਕਿਹੜਾ ਦਿਵਸ ਮਨਾਇਆ ਗਿਆ ਸੀ? ਪਹਿਲਾ ਗਣਤੰਤਰ ਦਿਵਸ ਮਨਾਇਆ ਗਿਆ ਸੀ। ਨੈਕਸਟ ਕੁਐਸਚਨ, ਸੰਵਿਧਾਨ ਸਭਾ ਦੁਆਰਾ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਚੁਣੇ ਗਏ ਸਨ? ਹਾਂਜੀ, ਸੰਵਿਧਾਨ ਸਭਾ ਦੁਆਰਾ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਚੁਣੇ ਗਏ ਸੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਠੀਕ ਹੈ, ਤੇ ਕਦੋਂ ਚੁਣੇ ਗਏ ਸੀਗੇ? ਇਹ ਚੁਣੇ ਗਏ ਸੀਗੇ 24 ਜਨਵਰੀ 1950 ਨੂੰ। ਠੀਕ ਹੈ, ਹਾਂਜੀ ਨੈਕਸਟ ਕੁਐਸਚਨ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ? ਹਾਂਜੀ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਸੀ। ਅਤੇ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਕੌਣ ਸੀ? ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਸੀ। ਤੇ ਭਾਰਤ ਦੇ ਪਹਿਲੇ ਵਿੱਤ ਮੰਤਰੀ ਕੌਣ ਸੀ? RK ਸਨਮੁਖ ਸੈਣੀ। ਭਾਰਤ ਦੇ ਪਹਿਲੇ ਰੱਖਿਆ ਮੰਤਰੀ ਕੌਣ ਸੀ? ਬਲਦੇਵ ਸਿੰਘ। ਭਾਰਤ ਦੇ ਪਹਿਲੇ ਰੇਲਵੇ ਮੰਤਰੀ ਕੌਣ ਸੀ? ਜੌਨ ਮਿਥਾਈ। ਤੇ ਯੋਜਨਾ ਮੰਤਰੀ ਕੌਣ ਸੀ? ਗੁਲਜ਼ਾਰੀ ਲਾਲ ਨੰਦਾ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਕਤੀ ਅਮਰੀਕਾ ਤੋਂ ਲਈ ਗਈ ਸੀ? ਹਾਂਜੀ, ਇਹਨਾਂ ਦੇ ਵਿੱਚੋਂ ਕਿਹੜੀ ਸ਼ਕਤੀ ਹੈ ਜਿਹੜੀ ਅਸੀਂ ਸੰਵਿਧਾਨ ਦੇ ਵਿੱਚ ਅਮਰੀਕਾ ਤੋਂ ਲਈ? ਰਾਈਟ ਆਨਸਰ ਹੈ ਜੀ ਮੂਲ ਅਧਿਕਾਰ, ਉਪ ਰਾਸ਼ਟਰਪਤੀ ਦਾ ਪਦ, ਰਾਸ਼ਟਰਪਤੀ ਉੱਪਰ ਮਹਾਦੋਸ਼ ਦੀ ਪ੍ਰਕਿਰਿਆ। ਇਹ ਤਿੰਨੋਂ ਹੀ ਪ੍ਰਕਿਰਿਆਵਾਂ ਜਿਹੜੀਆਂ ਅਸੀਂ ਆਪਸ਼ਨ ਡੀ ਯਾਨੀ ਕਿ ਉਪਰੋਕਤ ਸਾਰੇ ਰਾਈਟ ਆਨਸਰ ਹੈ ਇਸ ਕੁਐਸਚਨ ਦਾ। ਮੂਲ ਅਧਿਕਾਰ, ਉਪ ਰਾਸ਼ਟਰਪਤੀ ਦਾ ਪਦ, ਰਾਸ਼ਟਰਪਤੀ ਉੱਪਰ ਮਹਾਦੋਸ਼ ਦੀ ਪ੍ਰਕਿਰਿਆ, ਇਹ ਸਾਰੇ ਅਸੀਂ ਅਮਰੀਕਾ ਤੋਂ ਲਏ ਆ। ਨੈਕਸਟ ਕੁਐਸਚਨ, ਸੰਘਰਸ਼ ਸ਼ਾਸਨ ਵਿਵਸਥਾ ਸੰਵਿਧਾਨ ਵਿੱਚ ਕਿਹੜੇ ਦੇਸ਼ ਤੋਂ ਲਈ ਗਈ ਹੈ? ਹਾਂਜੀ, ਸੰਘਰਸ਼ ਸ਼ਾਸਨ ਵਿਵਸਥਾ ਸੰਵਿਧਾਨ ਦੇ ਵਿੱਚ ਕੈਨੇਡਾ ਤੋਂ ਲਈ ਗਈ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਹਾਂਜੀ, ਅਸੀਂ ਅਡੋਪਟ ਕੀਤੀ ਆ ਕੈਨੇਡਾ ਤੋਂ ਸ਼ਾਸਨ ਵਿਵਸਥਾ ਸੰਵਿਧਾਨ ਵਿੱਚ, ਠੀਕ ਹੈ, ਸੰਘਰਸ਼ ਸ਼ਾਸਨ ਵਿਵਸਥਾ। ਤੇ ਇਸ ਤੋਂ ਇਲਾਵਾ ਅਸੀਂ ਹੋਰ ਕੀ ਅਡੋਪਟ ਕੀਤਾ ਵਾ, ਯਾਨੀ ਕਿ ਕੈਨੇਡਾ ਤੋਂ ਹੋਰ ਕੀ ਲਿਆ? ਬਿੱਲ ਸੁਰੱਖਿਅਤ ਰੱਖਣਾ, ਕੇਂਦਰ ਅਤੇ ਰਾਜ ਸਰਕਾਰ ਵਿੱਚ ਸੰਬੰਧ, ਤੇ ਹੋਰ ਰੈਜੀਡਿਊਲ ਪਾਵਰ। ਠੀਕ ਹੈ, ਇਹ ਵੀ ਅਸੀਂ ਅਡੋਪਟ ਕੀਤੀ ਆ ਕੈਨੇਡਾ ਤੋਂ। ਨੈਕਸਟ ਕੁਐਸਚਨ, 5 ਸਾਲੀ ਯੋਜਨਾ ਕਿਹੜੇ ਦੇਸ਼ ਤੋਂ ਲਈ ਗਈ ਆ? ਵੈਰੀ ਇੰਪੋਰਟੈਂਟ ਕੁਐਸਚਨ। ਹਾਂਜੀ, 5 ਸਾਲੀ ਯੋਜਨਾਵਾਂ ਜਿਹੜੀ ਇਹ ਅਸੀਂ ਰੂਸ ਤੋਂ ਲਈ ਆ। ਇਸ ਤੋਂ ਇਲਾਵਾ ਅਸੀਂ ਰੂਸ ਤੋਂ ਮੂਲ ਕਰਤੱਵ ਲਏ ਆ। ਠੀਕ ਹੈ, ਕੀ ਲਿਆ ਵਾ? ਮੂਲ ਕਰਤੱਵ। ਇਹ ਵੀ ਤੁਸੀਂ ਯਾਦ ਰੱਖਣਾ। ਤੇ ਇੱਥੇ ਅਸੀਂ ਗੱਲ ਕੀਤੀ ਹੈ ਜਾਪਾਨ ਦੀ। ਜਾਪਾਨ ਤੋਂ ਅਸੀਂ ਕੀ ਲਿਆ? ਕਾਨੂੰਨ ਵਿਧੀ ਦੁਆਰਾ ਸਥਾਪਿਤ ਕਰਨਾ। ਠੀਕ ਹੈ, ਕਾਨੂੰਨ ਇੱਕ ਤਰ੍ਹਾਂ ਨਾਲ ਵਿਧੀ ਦੁਆਰਾ ਸਥਾਪਿਤ ਕਰਨਾ। ਤੇ ਇੱਕ ਤੁਹਾਨੂੰ ਹੋਰ ਆ ਜਾਂਦਾ ਫਰਾਂਸ। ਫਰਾਂਸ ਤੋਂ ਕੀ ਲਿਆ ਵਾ? ਗਣਤੰਤਰ ਸ਼ਾਸਨ ਵਿਵਸਥਾ। ਨੈਕਸਟ ਕੁਐਸਚਨ, ਕਿਹੜੇ ਸੰਵਿਧਾਨ ਸੰਸ਼ੋਧਨ ਅਧਿਨਿਯਮ ਦੇ ਤਹਿਤ ਵੋਟ ਪਾਉਣ ਦਾ ਅਧਿਕਾਰ 18 ਸਾਲ ਕਰ ਦਿੱਤਾ ਗਿਆ ਸੀ?
राइट आंसर है जी ऑप्शन नंबर बी 61वें। 61वें संविधान संशोधन अधिनियम के तहत वोट पाउण का अधिकार 18 साल कर दिता गया सी। नैक्सट क्वेश्चन, ब्रिटिश सरकार ने संविधान सभा की मंग नूं पहली बार अधिकारिक रूप विच कदों स्वीकार किया सी? हाँ जी, ब्रिटिश सरकार ने संविधान सभा की मंग नूं पहली बार 1946 ईस्वी दे विच स्वीकार किया सी। ऑप्शन नंबर डी इज़ द राइट आंसर। नैक्सट क्वेश्चन, भारत के संविधान विच न्याय शब्द नूं कित्थे जोड़िया गया सी? हाँ जी, भारत के संविधान विच न्याय शब्द नूं प्रस्तावना दे विच जोड़िया गया सी। ऑप्शन नंबर सी इज़ द राइट आंसर, न्याय। ठीक है, किहदे विच जोड़िया गया सी? प्रस्तावना दे विच। ते संविधान की कुंजी किस नूं कहा जाता है? संविधान की कुंजी भी प्रस्तावना नूं ही कहा जाता है। नैक्सट क्वेश्चन, संविधान की किहड़ी सूची दे विच वेतन अते पेंशन संबंधी जानकारी मिलती है? राइट आंसर है जी ऑप्शन नंबर बी दूसरी। संविधान की दूसरी अनुसूची दे विच वेतन अते पेंशन संबंधी जानकारी मिलती आ। ते इस तो इलावा जेकर तुहानूं पहली दा क्वेश्चन आ जाए तो पहली अनुसूची दे विच की मिलता वा? भारत संघ अते राज दे खेत्रां दी जानकारी। भारत संघ अते राज्यां दे खेत्रां दी जानकारी। तीसरी सूची दे विच की मिलता है? सौं चुकण संबंधी आ तीसरी जिहड़ी आ। ठीक है, तो पंजवीं अनुसूची किहड़ी आ? अनुसूचित जनजातियां दे शासन संबंधी हाँ जी, काहदे नाल संबंधित आ? अनुसूचित जनजातियां दे शासन प्रबंध दे नाल। ठीक है, वर्तमान समय दे विच संविधान दे विच कुल किन्नियां अनुसूचियां ने? ये भी तुसीं याद रखना। वर्तमान समय दे विच संविधान दे विच टोटल 12 अनुसूचियां ने। तो इस तो पहला किन्नियां सी? जदों संविधान बन के तैयार होया उस टाइम 8 अनुसूचियां सी। ते तुहानूं पेपर दे विच मूल संविधान जदों आऊगा ना तो इहदा मतलब की है जदों संविधान बन के तैयार होया सी। तुहानूं क्वेश्चन इस तरह आ सकदा कि मूल संविधान दे विच किन्नियां अनुसूचियां सन, तो फिर तुसीं 8 लगाओगे। जे तुहानूं वर्तमान आ गया तो तुसीं 12 लगाओगे। इस गल का ध्यान रखना। नैक्सट क्वेश्चन, संविधान की किहड़ी अनुसूची विच पंचायती राज संबंधी जानकारी मिलती है? हाँ जी, संविधान की किहड़ी अनुसूची है जिहदे विच पंचायती राज संबंधी जानकारी मिलती है? राइट आंसर है जी ऑप्शन नंबर डी 11वीं। 11वीं अनुसूची दे विच तां मिलती है पंचायती राज संबंधी जानकारी। तो फिर 10वीं दे विच की मिलदा? हाँ जी, 10वीं दे विच दल बदलण संबंधी जानकारी। ठीक है, तो 8वीं दे विच की मिलदा वा? 8वीं जिहड़ी सूची आ वो हैगी भाषावां संबंधी। तो साडे भारत दे विच टोटल 22 भाषावां नूं मानता प्राप्त है, ये भी तुसीं याद रखना। ठीक है, 22 भाषावां संबंधी जानकारी मिलती है सानूं 8वीं अनुसूची दे विच। 10वीं अनुसूची दल बदलण संबंधी आ। 12वीं शहरी खेतर दे स्थानी शासन दे नाल संबंधित आ। नैक्सट क्वेश्चन, संविधान का किहड़ा भाग नागरिक संबंधी जानकारी दिंदा है? हाँ जी, इन्हां दे विचों संविधान का किहड़ा भाग आ जिहड़ा नागरिकां संबंधी जानकारी दिंदा है? राइट आंसर है जी ऑप्शन नंबर 2। भाग 2 दे विच नागरिक संबंधी जानकारी मिलती है। ठीक है, ये तुसीं याद रखना। हाँ जी, तो नागरिक जिहड़े ये अनुच्छेद 5 तो 11 तक आ। नागरिकता संबंधी जानकारी किहदे विच मिलदी आ? भाग 2 दे विच अनुच्छेद 5 तो 11। अनुच्छेद 5 तो 11। ठीक है, फिर अगे मूल अधिकारां संबंधी जानकारी है जिहड़ी सानूं भाग 3 दे विच मिलदी है, तो इहनूं ही मैगना कार्टा भी कहा जाता वा। ठीक है, भारत का मैगना कार्टा भी कहा जाता है मूल अधिकार नूं भाग 3 नूं। ठीक है, फिर मूल अधिकार की जानकारी सानूं कितने तो किन्ने तक मिलती है? 12 तो 35 तक। किन्ने तो? 12 तो 35 तक। तो मूल करतब की जानकारी, मूल करतब गिनती च किन्ने आ? टोटल 11 वा। ठीक है, तो कित्थे मिलती है जानकारी? 51A दे विच। ते राज्यां दे नीति निर्देश तत्त आ जिहड़े, राज्यां दे नीति निर्देश तत्त संबंधी जानकारी सानूं 36 तो 51 तक मिलती है। ठीक है, नैक्सट क्वेश्चन, संविधान के किहड़े भाग विच राजभाषा की जानकारी दित्ती गई? हाँ जी, संविधान के किहड़े भाषा दे विच राजभाषा संबंधी जानकारी दित्ती गई है? राइट आंसर है जी ऑप्शन नंबर डी 17 दे विच। हाँ जी, तो भाग 18 दे विच की आ? भाग 18 दे विच है आपातकाल। ठीक है, तो भाग 15 दे विच की आ? भाग 15 निर्वाचन आयोग। तो भाग 20 दे विच की आ? हाँ जी, भाग 20 दे विच संविधान संशोधन। भाग 3 की आ? भारत का मैगना कार्टा कहा जाता है, इस दे विच मूल अधिकार आ। पंचायती राज के संबंधी जानकारी भारत के संविधान के भाग
9 ਦੇ ਵਿੱਚ ਮਿਲਦੀ ਆ। ਨੈਕਸਟ ਕੁਐਸਚਨ, ਭਾਰਤ ਦੇ ਉਪ ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਹਾਂਜੀ, ਭਾਰਤ ਦੇ ਉਪ ਰਾਸ਼ਟਰਪਤੀ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ। ਰਾਸ਼ਟਰਪਤੀ ਦਾ ਕਾਰਜਕਾਲ ਵੀ 5 ਸਾਲ ਦਾ ਹੀ ਹੁੰਦਾ ਹੈ। ਤੇ ਵਰਤਮਾਨ ਸਮੇਂ ਭਾਰਤ ਦੇ ਰਾਸ਼ਟਰਪਤੀ ਕੌਣ ਨੇ? ਰਾਮਨਾਥ ਕੋਵਿੰਦ। ਅਤੇ ਇਹ 14ਵੇਂ ਨੰਬਰ ਦੇ ਰਾਸ਼ਟਰਪਤੀ ਹੈ, ਵੀ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਸੰਵਿਧਾਨ ਵਿੱਚ ਸੰਸ਼ੋਧਨ ਸਭ ਤੋਂ ਪਹਿਲਾਂ ਕਦੋਂ ਹੋਇਆ ਸੀ? ਹਾਂਜੀ, ਸੰਵਿਧਾਨ ਦੇ ਵਿੱਚ ਸੰਸ਼ੋਧਨ ਸਭ ਤੋਂ ਪਹਿਲਾਂ 1951 ਦੇ ਵਿੱਚ ਹੋਇਆ ਸੀ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਂਸਰ। ਹਾਂਜੀ, ਭਾਰਤ ਦੇ ਸੰਵਿਧਾਨ ਵਿੱਚ ਸੰਸ਼ੋਧਨ ਕਰਨ ਦੀ ਪ੍ਰਕਿਰਿਆ ਆਪਾਂ ਦੱਖਣੀ ਅਫਰੀਕਾ ਤੋਂ ਲਈ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਕਿੱਥੋਂ ਲਈ ਆ? ਦੱਖਣੀ ਅਫਰੀਕਾ ਦੇ ਵਿੱਚ। ਤੇ ਸੰਸ਼ੋਧਨ ਹੋਇਆ ਕਦੋਂ ਸੀ? ਸਭ ਤੋਂ ਪਹਿਲਾਂ 1951 ਦੇ ਵਿੱਚ। ਨੈਕਸਟ ਕੁਐਸਚਨ, ਰਾਜ ਸਭਾ ਦਾ ਕਾਰਜਕਾਲ ਕਿਸ ਤਰ੍ਹਾਂ ਦਾ ਹੁੰਦਾ ਹੈ? ਹਾਂਜੀ, ਰਾਜ ਸਭਾ ਦਾ ਕਾਰਜਕਾਲ ਸਥਾਈ ਹੁੰਦਾ ਹੈ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਆ ਜਾਂਦਾ ਕਿ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ, ਤਾਂ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ। ਲੋਕ ਸਭਾ ਦੇ ਮੈਂਬਰਾਂ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ। ਤੇ ਇਸ ਤੋਂ ਇਲਾਵਾ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਵੀ ਆ ਸਕਦਾ ਕਿ ਸੰਸਦ ਦੇ ਕਿਹੜੇ ਸਦਨ ਨੂੰ ਉੱਚਾ ਸਦਨ ਕਿਹਾ ਜਾਂਦਾ ਹੈ? ਤਾਂ ਸੰਸਦ ਦੇ ਰਾਜ ਸਭਾ ਸਦਨ ਨੂੰ ਉੱਚਾ ਸਦਨ ਕਿਹਾ ਜਾਂਦਾ ਹੈ। ਲੋਕ ਸਭਾ ਸਦਨ ਨੂੰ ਨੀਵਾਂ ਸਦਨ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ, ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਸੂਚਨਾ ਦੇ ਅਧਿਕਾਰ ਨੂੰ ਜੋੜਿਆ ਗਿਆ ਹੈ? ਹਾਂਜੀ, ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਵਿੱਚ ਸੂਚਨਾ ਦੇ ਅਧਿਕਾਰ ਨੂੰ ਜੋੜਿਆ ਗਿਆ ਹੈ? ਰਾਈਟ ਆਂਸਰ ਹੈ ਜੀ ਆਪਸ਼ਨ ਨੰਬਰ A, ਅਨੁਛੇਦ 19A ਦੇ ਵਿੱਚ। ਅਨੁਛੇਦ 19A ਦੇ ਵਿੱਚ ਸੂਚਨਾ ਦੇ ਅਧਿਕਾਰ ਨੂੰ ਜੋੜਿਆ ਗਿਆ ਹੈ। ਠੀਕ ਹੈ, ਇਹ ਇੱਕ ਮੂਲ ਅਧਿਕਾਰ ਆ। ਕਿਹੜਾ ਅਧਿਕਾਰ ਆ? ਮੂਲ ਅਧਿਕਾਰ। ਤੇ ਮੂਲ ਅਧਿਕਾਰ ਭਾਰਤੀ ਸੰਵਿਧਾਨ ਵਿੱਚ ਕਿੰਨੇ ਤੋਂ ਕਿੰਨੇ ਤੱਕ ਆ? 12 ਤੋਂ 35 ਤੱਕ। ਠੀਕ ਹੈ, ਅਨੁਛੇਦ 12 ਤੋਂ 35 ਤੱਕ ਸ਼ਾਮਿਲ ਆ। ਮੂਲ ਅਧਿਕਾਰ ਬਾਰੇ ਜਾਣਕਾਰੀ ਭਾਰਤ ਦੇ ਸੰਵਿਧਾਨ ਵਿੱਚ ਅਸੀਂ ਅਮਰੀਕਾ ਤੋਂ ਲਈ ਸੀ। ਠੀਕ ਹੈ, ਇੱਕ ਹੁੰਦਾ ਮੂਲ ਅਧਿਕਾਰ ਤੇ ਇੱਕ ਹੁੰਦਾ ਮੂਲ ਕਰਤੱਵ। ਹੁਣ ਇਹਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ। ਮੂਲ ਕਰਤੱਵ ਦੀ ਜਾਣਕਾਰੀ ਅਸੀਂ ਰੂਸ ਤੋਂ ਲਈ ਸੀ, ਮੂਲ ਅਧਿਕਾਰ ਦੀ ਜਾਣਕਾਰੀ ਅਸੀਂ ਅਮਰੀਕਾ ਤੋਂ ਲਈ ਸੀ। ਨੈਕਸਟ ਕੁਐਸਚਨ, ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਅੰਤਰਗਤ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕਾਰਖਾਨਿਆਂ ਵਿੱਚ ਕੰਮ ਕਰਵਾਉਣਾ ਇੱਕ ਜੁਰਮ ਹੈ? ਰਾਈਟ ਆਂਸਰ ਹੈ ਜੀ ਆਪਸ਼ਨ ਨੰਬਰ A, ਅਨੁਛੇਦ 24 ਦੇ। ਅਨੁਛੇਦ 24 ਦੇ ਅੰਤਰਗਤ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕਾਰਖਾਨਿਆਂ ਦੇ ਵਿੱਚ ਕੰਮ ਕਰਵਾਉਣਾ ਇੱਕ ਜੁਰਮ ਆ। ਠੀਕ ਹੈ, ਅਨੁਛੇਦ 25 ਹੈ ਜਿਹੜਾ, ਉਹ ਧਾਰਮਿਕ ਆਜ਼ਾਦੀ ਦੇ ਨਾਲ ਸੰਬੰਧਿਤ ਆ। ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਜਦੋਂ ਕਿਸੇ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੁੰਦਾ ਹੈ ਤਾਂ ਉਸ ਸਮੇਂ ਵਿੱਚ ਬਜਟ ਕੌਣ ਪਾਸ ਕਰਦਾ ਹੈ? ਹਾਂਜੀ, ਜਦੋਂ ਕਿਸੇ ਰਾਜ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੁੰਦਾ ਹੈ ਤਾਂ ਉਸ ਸਮੇਂ ਵਿੱਚ ਬਜਟ ਸੰਸਦ ਪਾਸ ਕਰਦੀ ਆ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ। ਕੌਣ ਪਾਸ ਕਰਦਾ? ਸੰਸਦ। ਤੇ ਪੰਜਾਬ ਵਿੱਚ 8 ਵਾਰ ਰਾਸ਼ਟਰਪਤੀ ਸ਼ਾਸਨ ਲੱਗ ਚੁੱਕਿਆ ਹੈ, ਇਹ ਤੁਸੀਂ ਯਾਦ ਰੱਖਣਾ। ਠੀਕ ਹੈ, ਤੁਹਾਨੂੰ ਕੁਐਸਚਨ ਇਸ ਤਰ੍ਹਾਂ ਵੀ ਆ ਸਕਦਾ ਕਿ ਪੰਜਾਬ ਵਿੱਚ ਕਿੰਨੇ ਵਾਰ ਰਾਸ਼ਟਰਪਤੀ ਸ਼ਾਸਨ ਲੱਗ ਚੁੱਕਿਆ, ਤਾਂ ਤੁਸੀਂ ਕੀ ਲਿਖੋਗੇ? 8 ਵਾਰ। ਸਭ ਤੋਂ ਵੱਧ ਕਦੋਂ ਲੱਗਿਆ ਵਾ? ਸਭ ਤੋਂ ਵੱਧ ਕਿੱਥੇ ਲੱਗਿਆ ਵਾ? ਉੱਤਰ ਪ੍ਰਦੇਸ਼ ਦੇ ਵਿੱਚ। ਠੀਕ ਹੈ, ਭਾਰਤ ਦਾ ਕਿਹੜਾ ਰਾਜ ਹੈ ਜਿਹਦੇ ਵਿੱਚ ਸਭ ਤੋਂ ਵੱਧ ਰਾਸ਼ਟਰਪਤੀ ਸ਼ਾਸਨ ਲਾਗੂ ਹੋਇਆ? ਉੱਤਰ ਪ੍ਰਦੇਸ਼ ਦੇ ਵਿੱਚ। ਨੈਕਸਟ ਕੁਐਸਚਨ, ਭਾਰਤ ਵਿੱਚ ਪਹਿਲੀ ਵਾਰ ਰਾਸ਼ਟਰੀ ਆਪਾਤਕਾਲ ਨੂੰ ਕਦੋਂ ਲਾਗੂ ਕੀਤਾ ਗਿਆ ਸੀ? ਹਾਂਜੀ, ਭਾਰਤ ਦੇ ਵਿੱਚ ਪਹਿਲੀ ਵਾਰ ਰਾਸ਼ਟਰੀ ਆਪਾਤਕਾਲ ਨੂੰ 1962 ਦੇ ਵਿੱਚ ਲਾਗੂ ਕੀਤਾ ਗਿਆ ਸੀ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ, 1962। ਠੀਕ ਹੈ, ਭਾਰਤ ਦੇ ਵਿੱਚ ਪਹਿਲੀ ਵਾਰ ਰਾਸ਼ਟਰੀ ਆਪਾਤਕਾਲ 1962 ਦੇ ਵਿੱਚ ਲਾਗੂ ਹੋਇਆ ਸੀ। ਕਦੋਂ? 26 ਅਕਤੂਬਰ ਨੂੰ, 26 ਅਕਤੂਬਰ ਨੂੰ ਲਾਗੂ ਹੋਇਆ ਸੀਗਾ ਰਾਸ਼ਟਰੀ ਆਪਾਤਕਾਲ। ਹਾਂਜੀ, ਇਸ ਤੋਂ ਇਲਾਵਾ ਦੂਸਰੀ ਵਾਰ ਹੋਇਆ ਸੀਗਾ, ਕਦੋਂ ਹੋਇਆ ਸੀ ਫਿਰ ਦੂਸਰੀ ਵਾਰ? 3 ਦਸੰਬਰ 1971 ਨੂੰ। 3 ਦਸੰਬਰ 1971 ਨੂੰ। ਠੀਕ ਹੈ, 3 ਦਸੰਬਰ 1971 ਨੂੰ। ਹਾਂਜੀ, ਤੇ ਤੀਸਰੀ ਵਾਰ ਕਦੋਂ ਲਾਗੂ ਹੋਇਆ ਸੀਗਾ? ਤੀਸਰੀ ਵਾਰ 25 ਜੂਨ 1975 ਨੂੰ ਹੋਇਆ ਸੀ, ਇਹ ਵੀ ਤੁਸੀਂ ਨੋਟ ਕਰ ਲੈਣਾ। ਠੀਕ ਹੈ, ਭਾਰਤ ਵਿੱਚ 3 ਵਾਰ ਰਾਸ਼ਟਰੀ ਆਪਾਤਕਾਲ ਲੱਗ ਚੁੱਕਿਆ ਵਾ। ਕਿੰਨੀ ਵਾਰ ਲੱਗ ਚੁੱਕਿਆ ਵਾ? 3 ਵਾਰ। ਇਸ ਤੋਂ ਇਲਾਵਾ ਹੁਣ ਅਸੀਂ ਗੱਲ ਕੀਤੀ ਸੀ ਰਾਸ਼ਟਰੀ ਆਪਾਤਕਾਲ ਦੀ। ਜੇ ਗੱਲ ਵਿੱਤੀ ਆਪਾਤਕਾਲ ਦੀ, ਕਿ ਭਾਰਤ ਵਿੱਚ ਵਿੱਤੀ ਆਪਾਤਕਾਲ ਕਿੰਨੀ ਵਾਰ ਲੱਗ ਚੁੱਕਿਆ ਹੈ, ਤਾਂ ਰਾਈਟ ਆਂਸਰ ਕੀ ਹੋਵੇਗਾ? ਇਹਨਾਂ ਵਿੱਚੋਂ ਕੋਈ ਨਹੀਂ, ਜਾਂ ਫਿਰ ਇਹ ਵੀ ਹੋ ਸਕਦਾ ਕਦੇ ਵੀ ਨਹੀਂ। ਠੀਕ ਹੈ, ਕਿਉਂਕਿ ਵਿੱਤੀ ਰਾਸ਼ਟਰੀ ਆਪਾਤਕਾਲ ਭਾਰਤ ਦੇ ਵਿੱਚ ਕਦੇ ਵੀ ਨਹੀਂ ਲੱਗਿਆ, ਨਾ ਹੀ ਕਦੇ ਘੋਸ਼ਣਾ ਹੋਈ। ਨੈਕਸਟ ਕੁਐਸਚਨ,
ਦੂਜੇ ਆਪਾਤਕਾਲ ਸਮੇਂ ਭਾਰਤ ਦੇ ਰਾਸ਼ਟਰਪਤੀ ਕੌਣ ਸਨ? ਹਾਂਜੀ, ਦੂਜਾ ਆਪਾਤਕਾਲ ਹੋਇਆ ਕਦੋਂ ਸੀ? ਦੂਜਾ ਆਪਾਤਕਾਲ 3 ਦਸੰਬਰ 1971 ਨੂੰ ਹੋਇਆ ਸੀ। ਠੀਕ ਹੈ, ਉਸ ਸਮੇਂ ਭਾਰਤ ਦੇ ਰਾਸ਼ਟਰਪਤੀ ਕੌਣ ਸਨ? BV ਗਿਰੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਕੌਣ ਸੀ? BV ਗਿਰੀ। ਇਹ ਵੀ ਤੁਸੀਂ ਯਾਦ ਰੱਖਣਾ। ਤੇ ਤੀਜੀ ਵਾਰ ਰਾਸ਼ਟਰੀ ਆਪਾਤਕਾਲ ਕਦੋਂ ਲੱਗਿਆ ਸੀਗਾ? 25 ਜੂਨ। ਹਾਂਜੀ, 25 ਜੂਨ 1975 ਨੂੰ। ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਕਿਹੜੇ ਅਨੁਛੇਦ ਦੇ ਤਹਿਤ ਕਾਰਜਪਾਲਿਕਾ ਦੀ ਸ਼ਕਤੀ ਨੂੰ ਦਰਸਾਇਆ ਗਿਆ ਹੈ? ਹਾਂਜੀ, ਕਿਹੜੇ ਅਨੁਛੇਦ ਦੇ ਤਹਿਤ ਕਾਰਜਪਾਲਿਕਾ ਦੀ ਸ਼ਕਤੀ ਨੂੰ ਦਰਸਾਇਆ ਗਿਆ ਹੈ? ਰਾਈਟ ਆਂਸਰ ਹੈ ਜੀ ਆਪਸ਼ਨ ਨੰਬਰ ਏ, ਅਨੁਛੇਦ 53 ਦੇ। ਅਨੁਛੇਦ 53 ਦੇ ਤਹਿਤ ਕਾਰਜਪਾਲਿਕਾ ਦੀ ਸ਼ਕਤੀ ਨੂੰ ਦਰਸਾਇਆ ਗਿਆ ਹੈ। ਕਾਰਜਪਾਲਿਕਾ ਦੀ ਸ਼ਕਤੀ ਦਾ ਮੁਖੀ ਕੌਣ ਹੁੰਦਾ ਹੈ? ਕਾਰਜਪਾਲਿਕਾ ਦੀ ਸ਼ਕਤੀ ਦਾ ਮੁਖੀ ਭਾਰਤ ਦਾ ਰਾਸ਼ਟਰਪਤੀ ਹੀ ਹੁੰਦਾ ਹੈ। ਠੀਕ ਹੈ, ਇਸ ਤੋਂ ਇਲਾਵਾ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਵੀ ਆ ਸਕਦਾ ਕਿ ਕਾਰਜਪਾਲਿਕਾ ਦੀ ਸ਼ਕਤੀ ਦਾ ਵਾਸਤਵਿਕ ਮੁਖੀ ਕੌਣ ਹੁੰਦਾ ਹੈ? ਤਾਂ ਕਾਰਜਪਾਲਿਕਾ ਦੀ ਸ਼ਕਤੀ ਦਾ ਵਾਸਤਵਿਕ ਮੁਖੀ ਭਾਰਤ ਦਾ ਪ੍ਰਧਾਨ ਮੰਤਰੀ ਹੁੰਦਾ ਹੈ। ਤੇ ਹਾਂਜੀ, ਇਸ ਤੋਂ ਇਲਾਵਾ ਤੁਹਾਨੂੰ ਕੁਐਸਚਨ ਇਹ ਵੀ ਆ ਸਕਦਾ ਕਿ ਕਿਸ ਨੂੰ ਭਾਰਤ ਦਾ ਨਾਮਾਤਰ ਪ੍ਰਧਾਨ ਮੰਤਰੀ ਕਿਹਾ ਜਾਂਦਾ ਹੈ? ਤਾਂ ਰਾਸ਼ਟਰਪਤੀ ਨੂੰ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ, ਮੰਤਰੀ ਪਰਿਸ਼ਦ ਦੇ ਮੈਂਬਰਾਂ ਦੀ ਨਿਯੁਕਤੀ ਕਿਸ ਦੁਆਰਾ ਕੀਤੀ ਜਾਂਦੀ ਹੈ? ਹਾਂਜੀ, ਮੰਤਰੀ ਪਰਿਸ਼ਦ ਦੇ ਮੈਂਬਰਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਪ੍ਰਧਾਨ ਮੰਤਰੀ ਦੀ ਨਿਯੁਕਤੀ ਵੀ ਭਾਰਤ ਦਾ ਰਾਸ਼ਟਰਪਤੀ ਹੀ ਕਰਦਾ ਹੈ। ਠੀਕ ਹੈ, ਕੌਣ ਕਰਦਾ ਹੈ? ਰਾਸ਼ਟਰਪਤੀ, ਪ੍ਰਧਾਨ ਮੰਤਰੀ ਦੀ ਨਿਯੁਕਤੀ। ਨੈਕਸਟ ਕੁਐਸਚਨ, ਮੰਤਰੀ ਪਰਿਸ਼ਦ ਦੇ ਮੈਂਬਰਾਂ ਦੀ ਨਿਯੁਕਤੀ ਭਾਰਤ ਦਾ ਰਾਸ਼ਟਰਪਤੀ ਕਿਸ ਦੀ ਸਲਾਹ ਨਾਲ ਕਰਦਾ ਹੈ? ਹੁਣ ਦੇਖੋ, ਪਹਿਲਾਂ ਕੁਐਸਚਨ ਅਸੀਂ ਕੀਤਾ ਸੀ ਕਿ ਮੰਤਰੀ ਪਰਿਸ਼ਦ ਦੇ ਮੈਂਬਰਾਂ ਦੀ ਨਿਯੁਕਤੀ ਕੌਣ ਕਰਦਾ? ਤਾਂ ਮੰਤਰੀ ਪਰਿਸ਼ਦ ਦੇ ਮੈਂਬਰਾਂ ਦੀ ਨਿਯੁਕਤੀ ਤਾਂ ਰਾਸ਼ਟਰਪਤੀ ਕਰਦਾ, ਪਰ ਉਹ ਸਲਾਹ ਕਿਹਦੀ ਲੈਂਦਾ? ਪ੍ਰਧਾਨ ਮੰਤਰੀ ਦੀ ਸਲਾਹ ਲੈਂਦਾ ਤੇ ਇੱਕ ਮੰਤਰੀ ਪਰਿਸ਼ਦ ਦੇ ਦੂਜੇ ਮੈਂਬਰਾਂ ਦੀ ਵੀ। ਠੀਕ ਹੈ, ਦੋਨਾਂ ਦੀ ਸਲਾਹ ਲੈ ਕੇ ਉਸ ਤੋਂ ਬਾਅਦ ਨਿਯੁਕਤੀ ਕੀਤੀ ਜਾਂਦੀ ਆ। ਨੈਕਸਟ ਕੁਐਸਚਨ, ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸਹੁੰ ਕੌਣ ਚੁਕਾਉਂਦਾ ਹੈ? ਹਾਂਜੀ, ਭਾਰਤ ਦਾ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਉਸ ਨੂੰ ਸਹੁੰ ਚੁਕਾਉਂਦਾ ਹੈ ਰਾਸ਼ਟਰਪਤੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ, ਵਿੱਤ ਬਿੱਲ ਨੂੰ ਕੇਵਲ ਪੇਸ਼ ਕੀਤਾ ਜਾ ਸਕਦਾ ਹੈ? ਹਾਂਜੀ, ਵਿੱਤ ਬਿੱਲ ਨੂੰ ਕਿੱਥੇ ਪੇਸ਼ ਕੀਤਾ ਜਾ ਸਕਦਾ? ਇਹ ਤੁਸੀਂ ਧਿਆਨ ਵਿੱਚ ਰੱਖਣਾ, ਵਿੱਤ ਬਿੱਲ ਨੂੰ ਕੇਵਲ ਲੋਕ ਸਭਾ ਦੇ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਹੈ। ਠੀਕ ਹੈ, ਕਿੱਥੇ ਪੇਸ਼ ਕੀਤਾ ਜਾ ਸਕਦਾ? ਲੋਕ ਸਭਾ ਦੇ ਵਿੱਚ। ਤੇ ਵਿੱਤ ਬਿੱਲ ਦਾ ਫੈਸਲਾ ਲੋਕ ਸਭਾ ਦਾ ਸਪੀਕਰ ਕਰਦਾ ਵਾ, ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਹਾਂਜੀ, ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਠੀਕ ਹੈ, ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਦਾ ਹੁੰਦਾ। ਲੋਕ ਸਭਾ ਦੇ ਮੈਂਬਰਾਂ ਦਾ ਕਾਰਜਕਾਲ 5 ਸਾਲ ਦਾ ਹੁੰਦਾ। ਤੇ ਲੋਕ ਸਭਾ ਦੇ ਮੈਂਬਰ ਬਣਨ ਲਈ ਘੱਟੋ ਘੱਟ ਉਮਰ 25 ਸਾਲ ਹੋਣੀ ਚਾਹੀਦੀ ਆ। ਤੇ ਰਾਜ ਸਭਾ ਦੇ ਮੈਂਬਰ ਬਣਨ ਲਈ ਘੱਟੋ ਘੱਟ ਉਮਰ 30 ਸਾਲ ਪੂਰੀ ਹੋਣੀ ਚਾਹੀਦੀ ਆ। ਨੈਕਸਟ ਕੁਐਸਚਨ, ਭਾਰਤੀ ਸੰਘ ਵਿੱਚ ਨਵੇਂ ਰਾਜਾਂ ਦਾ ਗਠਨ ਕਰਨ ਦਾ ਅਧਿਕਾਰ ਕਿਸ ਕੋਲ ਆ? ਹਾਂਜੀ, ਭਾਰਤੀ ਸੰਘ ਵਿੱਚ ਨਵੇਂ ਰਾਜਾਂ ਦਾ ਗਠਨ ਕਰਨ ਦਾ ਅਧਿਕਾਰ ਸੰਸਦ ਕੋਲ ਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ, ਵਰਤਮਾਨ ਸਮੇਂ ਭਾਰਤ ਦੇ ਕੁੱਲ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ? ਹਾਂਜੀ, ਵਰਤਮਾਨ ਸਮੇਂ ਭਾਰਤ ਦੇ ਕੁੱਲ 8 ਕੇਂਦਰ ਸ਼ਾਸਿਤ ਪ੍ਰਦੇਸ਼ ਆ। ਠੀਕ ਹੈ, ਤੇ ਭਾਰਤ ਦੇ ਕੁੱਲ ਰਾਜ ਕਿੰਨੇ ਆ? 28। ਕਿੰਨੇ ਰਾਜ ਆ? 28। ਇਹ ਵੀ ਤੁਸੀਂ ਯਾਦ ਰੱਖਣਾ। ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਕਿਹੜੇ ਕਿਹੜੇ? ਇਹਦੇ ਕਮੈਂਟ ਬਾਕਸ ਦੇ ਵਿੱਚ ਵੀ ਕਮੈਂਟ ਆਇਆ ਸੀਗਾ ਕਿ ਸਾਨੂੰ ਪੂਰੀ ਡਿਟੇਲ ਦੇ ਵਿੱਚ ਦੱਸੋ ਕਿ 8 ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਕਿਹੜੇ ਕਿਹੜੇ ਆ। ਸਭ ਤੋਂ ਪਹਿਲਾਂ ਹੈਗਾ ਲਦਾਖ। ਠੀਕ ਹੈ, ਸਭ ਤੋਂ ਪਹਿਲਾਂ ਕਿਹੜਾ ਵਾ? ਲਦਾਖ। ਦੂਜਾ ਹੈਗਾ ਜੰਮੂ ਕਸ਼ਮੀਰ। ਠੀਕ ਹੈ, ਜੰਮੂ ਕਸ਼ਮੀਰ। ਥਰਡ ਦਿੱਲੀ। ਫੋਰਥ ਲਕਸ਼ਦੀਪ। ਫਿਫਥ ਦਾਦਰਾ ਅਤੇ ਨਗਰ ਹਵੇਲੀ ਤੇ ਦਮਨ ਤੇ ਦਿਊ। ਫਿਫਥ ਹੈਗਾ ਵਾ ਇਹ ਦਾਦਰਾ ਅਤੇ ਨਗਰ ਹਵੇਲੀ ਤੇ ਦਮਨ ਤੇ ਦਿਊ। ਠੀਕ ਹੈ, 6 ਪਾਂਡੋਚੇਰੀ। 7th ਚੰਡੀਗੜ੍ਹ। 8th ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ। ਠੀਕ ਹੈ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਇਹ ਹੈਗਾ 8th। ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ, ਉਮੀਦ ਕਰਦੀ ਹਾਂ। ਤੇ ਇਸ ਤੋਂ ਪਹਿਲਾਂ ਤੁਸੀਂ ਦੇਖੋ, ਜੇਕਰ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਆ ਜਾਂਦਾ ਕਿ ਸਭ ਤੋਂ ਵੱਡਾ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜਾ, ਤਾਂ ਸਭ ਤੋਂ ਵੱਡਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈਗਾ ਲਦਾਖ। ਠੀਕ ਹੈ, ਤੇ ਸਭ ਤੋਂ ਛੋਟਾ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜਾ ਵਾ? ਸਭ ਤੋਂ ਛੋਟਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਲਕਸ਼ਦੀਪ। ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ,
ਭਾਰਤ ਦੀ ਕਾਰਜਪਾਲਿਕਾ ਤੇ ਨਿਆਂਪਾਲਿਕਾ ਦਾ ਚੇਅਰਮੈਨ ਕੌਣ ਹੁੰਦਾ ਹੈ? ਹਾਂਜੀ, ਭਾਰਤ ਦੀ ਕਾਰਜਪਾਲਿਕਾ ਤੇ ਨਿਆਂਪਾਲਿਕਾ ਦਾ ਚੇਅਰਮੈਨ ਰਾਸ਼ਟਰਪਤੀ ਹੁੰਦਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਆ ਜਾਏ ਕਿ ਭਾਰਤ ਦੀ ਕਾਰਜਪਾਲਿਕਾ ਤੇ ਨਿਆਂਪਾਲਿਕਾ ਦਾ ਵਾਸਤਵਿਕ ਚੇਅਰਮੈਨ ਕੌਣ ਹੁੰਦਾ ਜਾਂ ਵਾਸਤਵਿਕ ਮੁਖੀ ਕੌਣ ਹੁੰਦਾ, ਤਾਂ ਵਾਸਤਵਿਕ ਮੁਖੀ ਹੁੰਦਾ ਹੈ ਪ੍ਰਧਾਨ ਮੰਤਰੀ। ਠੀਕ ਹੈ, ਰਾਸ਼ਟਰਪਤੀ ਦਾ ਨਾ ਮਾਤਰ ਦਾ ਹੀ ਮੁਖੀ ਹੁੰਦਾ ਵਾ, ਕੰਮ ਸਾਰੇ ਪ੍ਰਧਾਨ ਮੰਤਰੀ ਹੀ ਕਰਦਾ। ਨੈਕਸਟ ਕੁਐਸਚਨ, ਵਿੱਤ ਆਯੋਗ ਦੇ ਮੈਂਬਰਾਂ ਦੀ ਨਿਯੁਕਤੀ ਕੌਣ ਕਰਦਾ ਹੈ? ਹਾਂਜੀ, ਵਿੱਤ ਆਯੋਗ ਦੇ ਮੈਂਬਰਾਂ ਦੀ ਨਿਯੁਕਤੀ ਕੌਣ ਕਰਦਾ ਹੈ? ਰਾਈਟ ਆਂਸਰ ਹੈ ਜੀ ਆਪਸ਼ਨ ਨੰਬਰ ਬੀ ਰਾਸ਼ਟਰਪਤੀ। ਵਿੱਤ ਆਯੋਗ ਦੇ ਮੈਂਬਰਾਂ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ ਤੇ ਵਿੱਤ ਬਿੱਲ ਨੂੰ ਕੇਵਲ ਲੋਕ ਸਭਾ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਵਾ ਤੇ ਵਿੱਤ ਬਿੱਲ ਦਾ ਫੈਸਲਾ ਲੋਕ ਸਭਾ ਦਾ ਸਪੀਕਰ ਹੀ ਕਰਦਾ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਵਰਤਮਾਨ ਸਮੇਂ ਵਿੱਚ ਭਾਰਤ ਦੇ ਵਿੱਤ ਮੰਤਰੀ ਕੌਣ ਆ? ਵਰਤਮਾਨ ਸਮੇਂ ਦੇ ਵਿੱਚ ਭਾਰਤ ਦੇ ਵਿੱਤ ਮੰਤਰੀ ਆ ਨਿਰਮਲਾ ਸੀਤਾਰਮਨ। ਨੈਕਸਟ ਕੁਐਸਚਨ, ਭਾਰਤ ਦੇ ਪ੍ਰਧਾਨ ਮੰਤਰੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਹਾਂਜੀ, ਭਾਰਤ ਦੇ ਪ੍ਰਧਾਨ ਮੰਤਰੀ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਵਰਤਮਾਨ ਸਮੇਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਕੌਣ ਨੇ? ਨਰਿੰਦਰ ਮੋਦੀ। ਠੀਕ ਹੈ, ਜੋ ਕਿ ਭਾਰਤ ਦੇ 15ਵੇਂ ਪ੍ਰਧਾਨ ਮੰਤਰੀ ਹੈ। ਕਿੰਨਵੇਂ ਆ? 15ਵੇਂ। ਤੇ ਵਰਤਮਾਨ ਸਮੇਂ ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਕੌਣ ਨੇ? ਵਰਤਮਾਨ ਸਮੇਂ ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਨੇ ਰਾਮਨਾਥ ਕੋਵਿੰਦ ਤੇ ਕਿੰਨਵੇਂ ਰਾਸ਼ਟਰਪਤੀ ਆ? 14ਵੇਂ ਰਾਸ਼ਟਰਪਤੀ ਆ। ਤੇ ਵਰਤਮਾਨ ਸਮੇਂ ਭਾਰਤ ਦੇ ਉਪ ਰਾਸ਼ਟਰਪਤੀ ਕੌਣ ਨੇ? ਐਮ ਵੈਂਕਈਆ ਨਾਇਡੂ। ਐਮ ਵੈਂਕਈਆ ਨਾਇਡੂ ਇਹ ਕਿੰਨਵੇਂ ਰਾਸ਼ਟਰਪਤੀ ਉਪ ਰਾਸ਼ਟਰਪਤੀ ਆ? ਇਹ 13ਵੇਂ ਉਪ ਰਾਸ਼ਟਰਪਤੀ ਹੈ, ਵੀ ਤੁਸੀਂ ਯਾਦ ਰੱਖਣਾ। 13ਵੇਂ ਉਪ ਰਾਸ਼ਟਰਪਤੀ ਆ। ਠੀਕ ਹੈ, 13ਵੇਂ ਉਪ ਰਾਸ਼ਟਰਪਤੀ ਆ, 14ਵੇਂ ਰਾਸ਼ਟਰਪਤੀ ਆ, 15ਵੇਂ ਪ੍ਰਧਾਨ ਮੰਤਰੀ ਆ। ਦੇਖੋ ਸਿਰੀ ਬਣ ਗਈ ਇੱਕ। ਠੀਕ ਹੈ, 13ਵੇਂ ਕੌਣ ਆ? ਉਪ ਰਾਸ਼ਟਰਪਤੀ ਆ ਐਮ ਵੈਂਕਈਆ ਨਾਇਡੂ, 14ਵੇਂ ਹੈਗੇ ਆ ਰਾਸ਼ਟਰਪਤੀ ਰਾਮਨਾਥ ਕੋਵਿੰਦ, 15ਵੇਂ ਹੈਗੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਨੈਕਸਟ ਕੁਐਸਚਨ, ਭਾਰਤ ਦੇ ਕਿਹੜੇ ਪ੍ਰਧਾਨ ਮੰਤਰੀ ਨਿਯੁਕਤੀ ਦੇ ਸਮੇਂ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਸਨ? ਹਾਂਜੀ, ਭਾਰਤ ਦੇ ਕਿਹੜੇ ਪ੍ਰਧਾਨ ਮੰਤਰੀ ਆ ਜਿਹੜੇ ਨਿਯੁਕਤੀ ਦੇ ਸਮੇਂ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਸਨ? ਤਾਂ ਰਾਈਟ ਆਂਸਰ ਹੈ ਜੀ ਆਪਸ਼ਨ ਨੰਬਰ ਏ PV ਨਰਸਿਮਹਾ ਰਾਵ। ਨੈਕਸਟ ਕੁਐਸਚਨ, ਸੁਪਰੀਮ ਕੋਰਟ ਦੇ ਜੱਜਾਂ ਨੂੰ ਹਟਾਉਣ ਦੀ ਪ੍ਰਕਿਰਿਆ ਕਿਹੜੇ ਦੇਸ਼ ਤੋਂ ਲਈ ਗਈ ਆ? ਹਾਂਜੀ, ਸੁਪਰੀਮ ਕੋਰਟ ਦੇ ਜੱਜਾਂ ਨੂੰ ਹਟਾਉਣ ਦੀ ਪ੍ਰਕਿਰਿਆ ਅਮਰੀਕਾ ਤੋਂ ਲਈ ਗਈ ਆ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਤੇ ਇਸ ਤੋਂ ਇਲਾਵਾ ਵਿੱਤੀ ਆਪਾਤਕਾਲ ਸੰਬੰਧੀ ਜਾਣਕਾਰੀ ਵੀ ਅਸੀਂ ਅਮਰੀਕਾ ਤੋਂ ਹੀ ਲਈ ਆ। ਠੀਕ ਹੈ, ਤੇ ਅਮਰੀਕਾ ਤੋਂ ਅਸੀਂ ਮੂਲ ਅਧਿਕਾਰ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਐਮਰਜੈਂਸੀ ਪਾਵਰ, ਇਹ ਤਾਂ ਅਸੀਂ ਜਰਮਨੀ ਤੋਂ ਲਈ ਆ। ਠੀਕ ਹੈ, ਇੱਕ ਮਿੰਟ ਮੈਂ ਦੁਬਾਰਾ ਫਿਰ ਤੋਂ ਬੋਲ ਰਹੀ ਹਾਂ। ਸਭ ਤੋਂ ਪਹਿਲਾਂ ਦੇਖੋ ਜਰਮਨੀ ਤੋਂ ਅਸੀਂ ਐਮਰਜੈਂਸੀ ਪਾਵਰ ਲਈ ਆ। ਠੀਕ ਹੈ, ਜਾਣੀ ਕਿ ਰਾਸ਼ਟਰੀ ਆਪਾਤਕਾਲ। ਤੇ ਅਸੀਂ ਅਮਰੀਕਾ ਤੋਂ ਲਿਆ ਵਾ ਵਿੱਤੀ ਰਾਸ਼ਟਰੀ ਆਪਾਤਕਾਲ। ਵਿੱਤੀ ਆਪਾਤਕਾਲ ਸੰਬੰਧੀ ਜਾਣਕਾਰੀ ਅਸੀਂ ਅਮਰੀਕਾ ਤੋਂ ਲਈ ਆ। ਮੂਲ ਅਧਿਕਾਰ ਅਸੀਂ ਅਮਰੀਕਾ ਤੋਂ ਲਈ ਆ। ਪ੍ਰੈਜ਼ੀਡੈਂਟ ਦੀ ਪੋਸਟ ਅਸੀਂ ਅਮਰੀਕਾ ਤੋਂ ਲਈ ਆ। ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਅਸੀਂ ਅਮਰੀਕਾ ਤੋਂ ਲਈ ਆ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਤੇ ਬ੍ਰਿਟੇਨ ਤੋਂ ਕੀ ਲਿਆ ਵਾ? ਸੰਸਦੀ ਪ੍ਰਣਾਲੀ। ਕੀ ਲਿਆ ਵਾ? ਸੰਸਦੀ ਪ੍ਰਣਾਲੀ। ਅਤੇ ਜਾਪਾਨ ਤੋਂ ਕੀ ਲਿਆ? ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕੀ ਹਾਂ, ਹੁਣ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ। ਨੈਕਸਟ ਕੁਐਸਚਨ, ਯੋਜਨਾ ਆਯੋਗ ਦਾ ਚੇਅਰਮੈਨ ਕੌਣ ਹੁੰਦਾ ਹੈ? ਹਾਂਜੀ, ਯੋਜਨਾ ਆਯੋਗ, ਦੇਖੋ ਯੋਜਨਾ ਆਯੋਗ ਦਾ ਚੇਅਰਮੈਨ ਜਿਹੜਾ ਵੀ ਭਾਰਤ ਦਾ ਪ੍ਰਧਾਨ ਮੰਤਰੀ ਉਹ ਹੁੰਦਾ ਵਾ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਤੇ ਯੋਜਨਾ ਆਯੋਗ ਨੂੰ ਚੇਂਜ ਕਰ ਦਿੱਤਾ ਗਿਆ ਹੈ। ਠੀਕ ਹੈ, ਇਸ ਦਾ ਨਵਾਂ ਨਾਮ ਰੱਖ ਦਿੱਤਾ ਗਿਆ ਹੈ ਨੀਤੀ ਆਯੋਗ। ਕੀ ਰੱਖਿਆ ਗਿਆ ਵਾ? ਨੀਤੀ ਆਯੋਗ, ਨਵਾਂ ਨਾਮ ਰੱਖਿਆ ਗਿਆ ਯੋਜਨਾ ਆਯੋਗ ਦਾ। ਤੇ ਨੀਤੀ ਆਯੋਗ ਦੀ ਸਥਾਪਨਾ ਕੀਤੀ ਗਈ 1 ਜਨਵਰੀ 2015 ਨੂੰ। ਕਿਹਦੇ ਵੱਲੋਂ ਕੀਤੀ ਗਈ? ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ। ਠੀਕ ਹੈ, ਤੇ ਯੋਜਨਾ ਆਯੋਗ ਦੀ ਕਦੋਂ ਕੀਤੀ ਗਈ ਸੀ? ਅਸੀਂ ਯੋਜਨਾ ਆਯੋਗ ਦੀ ਗੱਲ ਕਰ ਰਹੇ ਹਾਂ। ਇਹ 15 ਮਾਰਚ 1950 ਨੂੰ ਕੀਤੀ ਗਈ ਸੀਗੀ। ਯੋਜਨਾ ਆਯੋਗ ਦੀ ਜਿਹੜੀ ਸਥਾਪਨਾ ਕਹਿ ਸਕਦੇ ਹੋ ਜਾਂ ਫਿਰ ਤੁਸੀਂ। ਠੀਕ ਹੈ, ਇਹਦੀ ਸ਼ੁਰੂਆਤ ਕੀਤੀ ਗਈ ਸੀ, ਸਥਾਪਨਾ ਕੀਤੀ ਗਈ ਸੀ 15 ਮਾਰਚ 1950 ਨੂੰ। ਤੇ ਇਹਦੇ ਸੰਸਥਾਪਕ ਕੌਣ ਸੀਗੇ? ਪੰਡਿਤ ਜਵਾਹਰ ਲਾਲ ਨਹਿਰੂ। ਠੀਕ ਹੈ, ਤੇ ਇਹਦਾ ਹੈੱਡਕੁਆਟਰ ਕਿੱਥੇ ਆ? ਦਿੱਲੀ ਦੇ ਵਿੱਚ। ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਧਨ ਬਿੱਲ ਬਾਰੇ ਜਾਣਕਾਰੀ ਮਿਲਦੀ ਹੈ? ਹਾਂਜੀ, ਸੰਵਿਧਾਨ ਦੇ ਅਨੁਛੇਦ 110 ਦੇ ਵਿੱਚ ਧਨ ਬਿੱਲ ਸੰਬੰਧੀ ਜਾਣਕਾਰੀ ਮਿਲਦੀ ਹੈ। ਨੈਕਸਟ ਕੁਐਸਚਨ, ਪੰਜਾਬ ਵਿੱਚ ਗਵਰਨਰ ਨੂੰ ਸਹੁੰ ਕੌਣ ਚੁਕਾਉਂਦਾ ਹੈ?
हाँ जी, पंजाब दे विच गवर्नर नूं सौं चुकाउंदा है हाई कोर्ट दा मुख जज। हाई कोर्ट दा मुख जज पंजाब विच गवर्नर नूं सौं चुकाउंदा है। ठीक है, किसी भी राज के गवर्नर नूं सौं कौन चुकाउंदा वा? हाई कोर्ट दा मुख जज ही चुकाउंदा है। ठीक है, पंजाब ते हरियाणा की सांझी हाई कोर्ट आ जिहड़ी चंडीगढ़, उस दे जज कौन आ हुण? हाँ जी, कौन ने जज ਉਹਦੇ? ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ। ਪਹਿਲੇ ਮੈਂ ਦੱਸ ਦਿੰਦੀ ਹਾਂ ਰਾਮ ਲਾਲ, ਪਹਿਲੇ ਇੰਪੋਰਟੈਂਟ ਹੁੰਦੇ ਆ ਨਾ, ਰਾਮ ਲਾਲ ਪਹਿਲੇ ਜੱਜ ਸੀਗੇ, ਰਾਮ ਲਾਲ। ਨੈਕਸਟ ਕੁਐਸਚਨ, ਸੰਘ ਸ਼ਬਦ ਭਾਰਤ ਦੇ ਸੰਵਿਧਾਨ ਵਿੱਚ ਕਿਹੜੇ ਦੇਸ਼ ਤੋਂ ਲਿਆ ਗਿਆ ਹੈ? ਹਾਂਜੀ, ਸੰਘ ਸ਼ਬਦ ਭਾਰਤ ਦੇ ਸੰਵਿਧਾਨ ਵਿੱਚ ਕੈਨੇਡਾ ਤੋਂ ਲਿਆ ਗਿਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਕੇਂਦਰਾਂ ਅਤੇ ਰਾਜਾਂ ਦੇ ਵਿਚਕਾਰ ਕਿੰਨੀਆਂ ਸੂਚੀਆਂ ਨੂੰ ਵੰਡਿਆ ਗਿਆ ਹੈ? ਹਾਂਜੀ, ਕੇਂਦਰਾਂ ਅਤੇ ਰਾਜਾਂ ਦੇ ਵਿਚਕਾਰ ਟੋਟਲ 3 ਅਨੁਸੂਚੀਆਂ ਨੂੰ ਵੰਡਿਆ ਗਿਆ ਹੈ। ਕਿਹੜੀਆਂ ਕਿਹੜੀਆਂ ਨੇ? ਸੰਘ ਸੂਚੀ, ਪਹਿਲੀ ਹੈਗੀ ਸੰਘ ਸੂਚੀ, ਦੂਜੀ ਰਾਜ ਸੂਚੀ, ਤੀਜੀ ਹੈਗੀ ਸਮਵਰਤੀ ਸੂਚੀ। ਠੀਕ ਹੈ, ਪਹਿਲੀ ਜਿਹੜੀ ਸੰਘ ਸੂਚੀ ਆ ਇਹਦੇ ਵਿੱਚ ਕੀ ਆ? ਕੇਂਦਰੀ ਸੂਚੀ, ਇਹਨੂੰ ਕੇਂਦਰੀ ਸੂਚੀ ਵੀ ਕਿਹਾ ਜਾਂਦਾ ਵਾ। ਠੀਕ ਹੈ, ਕਿਹੜੀ ਸੂਚੀ ਕਿਹਾ ਜਾਂਦਾ? ਕੇਂਦਰੀ। ਕਿਉਂ? ਇਸ ਦੇ ਕੇਵਲ ਕੇਂਦਰ ਸਰਕਾਰ ਹੀ ਸੂਚੀ ਬਣਾ ਸਕਦੀ ਆ। ਤੇ ਜਿਹੜੀ ਦੂਜੀ ਸੂਚੀ ਆ ਉਹਦੇ ਵਿੱਚ ਕੇਵਲ ਰਾਜ ਸਰਕਾਰ ਹੀ ਸੂਚੀ ਬਣਾ ਸਕਦੀ ਆ। ਤੇ ਜਿਹੜੀ ਤੀਜੀ ਸੂਚੀ ਆ, ਹਾਂਜੀ, ਰਾਜ ਸਰਕਾਰ। ਤੇ ਹਾਂਜੀ, ਤੀਜੀ ਸੂਚੀ ਹੈ ਜਿਹੜੀ ਸਮਵਰਤੀ ਸੂਚੀ, ਇਸ ਵਿੱਚ ਰਾਜ ਸਭਾ ਅਤੇ ਕੇਂਦਰ ਸਰਕਾਰ ਮਿਲ ਕੇ ਕਾਨੂੰਨ ਬਣਾਉਂਦੀਆਂ ਹਨ। ਠੀਕ ਹੈ, ਹਾਂਜੀ, ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਸਾਡੀ ਵੀਡੀਓ ਦਾ ਹੈ ਪਾਰਟ 1, ਕੱਲ੍ਹ ਅਸੀਂ ਕਰਾਂਗੇ ਪਾਰਟ 2। ਠੀਕ ਹੈ, ਤੇ ਇਸ ਦੇ ਨਾਲ ਹੀ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਹੋ ਸਕੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਤੇ ਜਿੰਨੇ ਵੀ ਸਟੂਡੈਂਟ PPSC ਇੰਸਪੈਕਟਰ ਦੇ ਪੇਪਰ ਦੀ ਤਿਆਰੀ ਕਰ ਰਹੇ ਨੇ, ਜਿੰਨਾ ਹੋ ਸਕੇ ਵੱਧ ਤੋਂ ਵੱਧ ਮੇਰੇ ਚੈਨਲ ਦੇ ਨਾਲ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰਨਾ, ਤਾਂ ਜੋ ਉਹ ਵੀ ਆਪਣਾ ਪੜ੍ਹ ਕੇ ਪੇਪਰ ਦੇ ਸਕਣ। ਤੇ ਹਾਂਜੀ, ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਕਰੰਟ ਅਫੇਅਰ ਤੁਹਾਡੇ ਲਈ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਆ, ਜਿਹੜੀ ਕਿ ਤੁਹਾਨੂੰ ਪਿਛਲੇ ਲਾਸਟ 6 ਮੰਥ ਦੀ ਕਹੀ ਗਈ ਆ। ਠੀਕ ਹੈ, ਪੇਪਰ ਦੇ ਵਿੱਚ। ਪਰ ਤੁਸੀਂ ਕੀ ਕਰਨੀ ਆ? ਪਿਛਲੇ 3 ਨਵੰਬਰ ਤੋਂ ਤੁਸੀਂ ਕਰ ਸਕਦੇ ਹੋ, ਅਗਸਤ ਦੀ ਵੀ ਕਰ ਲੈਣਾ। ਠੀਕ ਹੈ, ਅਗਸਤ ਸਤੰਬਰ ਤੁਸੀਂ 3 ਮੰਥ ਦੀ ਕਰੰਟ ਅਫੇਅਰ ਹੀ ਪੂਰੀ ਚੰਗੀ ਤਰ੍ਹਾਂ ਕਰ ਲੈਣਾ। ਤੁਹਾਨੂੰ 6 ਮੰਥ ਦੀ ਕਿਹਾ ਗਿਆ ਹੈ, ਪਰ ਤੁਸੀਂ ਜੇਕਰ 3 ਮੰਥ ਦੀ ਚੰਗੀ ਤਰ੍ਹਾਂ ਕਰਦੇ ਹੋ, ਉਸ ਤੋਂ ਬਾਅਦ ਹੀ ਤੁਸੀਂ ਜਿਹੜੀ ਲਾਸਟ 3 ਦੀ ਚੱਕਣਾ, ਤਾਂ ਜੋ ਤੁਹਾਡਾ ਜਿਹੜਾ ਇੱਕ ਤਰ੍ਹਾਂ ਨਾਲ ਬੈਲੈਂਸ ਬਣ ਸਕੇ ਪੂਰਾ। ਕਿਉਂਕਿ ਕਰੰਟ ਅਫੇਅਰ ਦੇ ਵਿੱਚ ਇਹ ਤਾਂ ਹੈ ਨਹੀਂ ਕਿ ਤੁਹਾਨੂੰ ਪਿਛਲਾ ਪਤਾ ਹੋਊਗਾ ਫੇਰ ਹੀ ਅਗਲਾ ਆਉਣਾ ਵਾ। ਠੀਕ ਹੈ, ਕਰੰਟ ਅਫੇਅਰ ਦਾ ਮਤਲਬ ਕੀ ਹੁੰਦਾ? ਚੱਲ ਰਹੇ ਮਸਲੇ। ਇਸ ਕਰਕੇ ਆਪਣੀ ਜਿਹੜੀ ਤਿਆਰੀ ਆ ਪੂਰੇ ਧਿਆਨ ਤੇ ਢੰਗ ਨਾਲ ਸ਼ੁਰੂ ਕਰ ਦਿਓ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇੰਪੋਰਟੈਂਟ ਕੁਐਸਚਨ ਲਏ ਸੀ। ਅਸੀਂ ਕੁਝ ਵੀ ਜ਼ਿਆਦਾ ਕੋਈ ਫਾਲਤੂ ਦਾ ਨਹੀਂ ਕਰਾਂਗੇ, ਇੰਪੋਰਟੈਂਟ ਟੌਪਿਕ ਹੀ ਲਵਾਂਗੇ, ਇੰਪੋਰਟੈਂਟ ਕੁਐਸਚਨ ਲਵਾਂਗੇ। ਹਰ ਇੱਕ ਟੌਪਿਕ ਦੇ ਨਾਲ ਤੁਹਾਡੀਆਂ 3-4 ਵੀਡੀਓ ਬਣਾਇਆ ਕਰਾਂਗੇ। ਠੀਕ ਹੈ, ਜਿਵੇਂ ਇੱਕ ਵੀਡੀਓ ਦੇ 4 ਪਾਰਟ ਹੋਣਗੇ ਤੁਹਾਡੇ ਲਈ, ਇੱਕ ਟੌਪਿਕ ਦੇ 4 ਪਾਰਟ, ਜਿਹਦੇ ਵਿੱਚ ਸਿਰਫ ਇੰਪੋਰਟੈਂਟ ਤੇ ਰਿਪੀਟਡ ਕੁਐਸਚਨ ਹੀ ਲਏ ਜਾਣਗੇ। ਹਾਂਜੀ, ਤਾਂ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਧੰਨਵਾਦ ਜੀ।